ਸਿੱਖ ਚੈਨਲ ਦੇਖ ਰਹੀ यूके यूरोप ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਖਬਰਾਂ ਦੇ ਉੱਤੇ ਤੇ ਮੇਰੇ ਨਾਲ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਤ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾਂ ਪਾਉਂਦੇ ਹਾਂ ਫਤਿਹ ਦੀ ਸਾਂਝ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਗੱਲ ਕਰੀਏ ਸਭ ਤੋਂ ਪਹਿਲੀ ਖਬਰ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਬਠਿੰਡੇ ਜਾਂਦੇ ਆ ਤਾਂ ਬਾਦਲਾਂ ਖਿਲਾਫ ਸੁਰ ਨਰਮ ਕਿਉਂ ਪੈ ਜਾਂਦੇ ਆ? ਇਸ ਚੀਜ਼ ਨੂੰ ਲੈ ਕੇ ਚਰਚਾ ਛਿੜੀ ਹੋਈ ਆ ਕਿ ਦਾਲ ਵਿੱਚ ਕੁਝ ਕਾਲਾ ਆ। ਜਿਹੜੀਆਂ ਚੀਜ਼ਾਂ ਲੋਕ ਪਹਿਲਾਂ ਕਹਿੰਦੇ ਸੀਗੀਆਂ ਉਹ ਸ਼ਰੇਆਮ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਸ ਚੀਜ਼ ਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਜੀ, ਉਹਨਾਂ ਨੇ 2014 ਦੇ ਵਿੱਚ ਹੀ ਸਮਝੌਤਾ ਕੀਤਾ ਸੀ ਵੀ ਇੱਕ ਸੀਟ ਤੁਸੀਂ ਲੈ ਲਓ ਤੇ ਇੱਕ ਸਾਨੂੰ ਦੇ ਦਿਓ। 2009 ਦੇ ਵਿੱਚ ਜੀ ਜਦੋਂ ਉਹਨਾਂ ਦੀ ਪਤਨੀ ਜਿਹੜੀ ਸੀ ਉਹ ਇਲੈਕਸ਼ਨ ਲੜ ਰਹੀ ਸੀ ਇੱਥੋਂ ਆਪਣੇ ਤੋਂ ਪਟਿਆਲੇ ਤੋਂ ਜੀ ਤੇ ਹਰਸਿਮਰਤ ਲੜੀ ਸੀ ਬਠਿੰਡੇ ਤੋਂ ਤੇ ਇਹਨਾਂ ਦਾ ਲੜਕਾ ਰਣਿੰਦਰ ਸਿੰਘ ਜਾ ਕੇ ਬਰਾਬਰ ਤੇ ਚੋਣ ਲੜ ਰਿਹਾ ਸੀਗਾ ਜੀ। ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਵੀ ਇੱਕ ਸੀਟ ਲੈ ਲਓ ਇੱਕ ਲੈ ਲਓ, ਸਮਝੌਤਾਵਾਦੀ ਨੇ ਕੈਪਟਨ ਅਮਰਿੰਦਰ ਸਿੰਘ। ਅੱਜ ਵੀ ਪਹਿਲਾਂ ਇਹ ਕਿਆਸਾਈਆਂ ਜਲਾਈਆਂ ਜਾ ਰਹੀਆਂ ਸਨ। ਸਿਆਸੀ ਪੰਡਿਤ ਕਹਿ ਰਹੇ ਸੀ ਵੀ 2-3 ਸੀਟਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਅਕਾਲੀ ਦਲ ਨੂੰ ਜਿਤਾਉਣਾ ਚਾਹੁੰਦੇ ਆ। ਭਾਵੇਂ ਕਿ ਉਹਨਾਂ ਨੇ ਐਲਾਨ ਕੀਤਾ ਸੀ ਵੀ ਮਿਸ਼ਨ 13 ਲੈ ਕੇ ਚੱਲ ਰਿਹਾ ਸੀ, ਲੇਕਿਨ ਬਠਿੰਡੇ ਦੇ ਵਿੱਚ ਜਿਸ ਤਰੀਕੇ ਦੀ ਉਹਨੇ ਆ ਕੇ ਸਪੀਚ ਕੀਤੀ ਆ, ਨਰਮ ਜੀ ਸਪੀਚ ਕੀਤੀ ਆ, ਬਾਦਲਾਂ ਨੂੰ ਕੁਝ ਕਿਹਾ ਨਹੀਂ ਗਾ, ਮੋਦੀ ਨੂੰ ਗਾਲਾਂ ਕੱਢੀਆਂ ਨੇ, ਉਸ ਤੋਂ ਇੰਝ ਲੱਗਣ ਲੱਗਾ ਸੀ ਜਿਹੜੇ ਲੋਕ ਥੱਲੇ ਬੈਠੇ ਸੀਗੇ ਉਹ ਪਹਿਲਾਂ ਹੀ ਕਹਿਣ ਲੱਗ ਪਏ ਸੀ ਦਾਲ 'ਚ ਕੁਝ ਕਾਲਾ ਹੈ। ਜੋ ਪਹਿਲਾਂ ਸਿਆਸੀ ਪੰਡਿਤ ਕਹਿੰਦੇ ਸੀ ਉਹ ਲਗਭਗ ਸੱਚ ਹੋ ਰਿਹਾ। ਉਸੇ ਸਟੇਜ ਤੋਂ ਹੀ ਮਨਪ੍ਰੀਤ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਕਿ ਜੇ ਕਿਤੇ ਅਸੀਂ ਇਲੈਕਸ਼ਨ ਹਾਰਦੇ ਹਾਂ ਤੇ ਸਮਝ ਲਓ ਕਿ ਮੇਰੀ ਸਿਆਸੀ ਮੌਤ ਆ। ਇਹ ਬਠਿੰਡੇ ਦੇ ਲੋਕ ਫੈਸਲਾ ਕਰਨ ਮੈਨੂੰ ਮਾਰਨਾ ਕਿ ਜਿੰਦਾ ਰੱਖਣਾ। ਔਰ ਰਾਜੇ ਵੜਿੰਗ ਨੇ ਜਿਹੜਾ ਸੀ ਬਾਦਲ ਨੂੰ ਪਾਣੀ ਪੀ ਕੇ ਕੋਸਿਆ, ਬਰਗਾੜੀ ਕਾਂਡ ਲਈ, ਕੋਟ ਕਪੀਰਾ ਕਾਂਡ ਲਈ, ਬਿਆਬਲ ਕਲੰਗ ਲਈ ਉਹਨੇ ਇੱਕ ਜਿਹੜਾ ਸੀ ਦਿਨ ਗਣ ਕੇ ਦੱਸਿਆ ਇਹਨਾਂ ਨੂੰ। ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਸੁਰ ਜਿਹੜੇ ਨਰਮ ਪੈ ਦਿਖੇ, ਲੋਕ ਕਾਫੀ ਇਸ ਗੱਲ ਤੋਂ ਨਾਰਾਜ਼ ਸਨ। ਫਿਰ ਜਿਹੜਾ ਰੋਡ ਸ਼ੋਅ ਕੀਤਾ ਉਹ 'ਚ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ। ਕਿਹਾ ਜਾਂਦਾ ਕਿ ਜ਼ਿਆਦਾ ਚਿਰ ਖਲੋਤਾ ਹੀ ਨਹੀਂ ਜਾਂਦਾ। 17 ਘੰਟੇ ਉਹ ਬਠਿੰਡੇ ਹੋਟਲ 'ਚ ਰਹੇ ਨੇ, 17 ਘੰਟੇ। ਜਦੋਂ ਕਿ ਬਾਦਲ ਆਪਣੇ ਬਾਹਰ ਨਿਕਲ ਕੇ ਪ੍ਰਚਾਰ ਕਰ ਰਹੇ ਸੀ ਤੇ ਹੋਟਲ 'ਚ ਬੈਠੇ ਸੀਗੇ। ਉੱਥੇ ਉਹਨਾਂ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਮੁੜ ਕੇ ਥੋੜ੍ਹਾ ਚਿਰ ਬੋਲ ਕੇ ਚਲੇ ਗਏ। ਰੋਡ ਸ਼ੋਅ ਸ਼ਮੂਲੀਅਤ ਨਹੀਂ ਕੀਤੀ। ਆਖਰਕਾਰ ਜਿਹੜੇ ਸਾਡੇ ਮਨਪ੍ਰੀਤ ਸਿੰਘ ਬਾਦਲ ਸੀ ਤੇ ਰਾਜਾ ਵੜਿੰਗ ਸੀ, ਉਹਨਾਂ ਨੂੰ ਉੱਥੋਂ ਦੇ ਵਪਾਰੀਆਂ ਕੋਲੋਂ ਮਾਫੀ ਮੰਗਣੀ ਪਈ ਵੀ ਭਾਈ ਕੈਪਟਨ ਸਾਹਿਬ ਨੇ ਕਿਤੇ ਜਾਣਾ ਸੀ, ਇਸ ਕਰਕੇ ਨਹੀਂ ਆਏ, ਅਸੀਂ ਰੋਡ ਸ਼ੋਅ ਕਰ ਰਹੇ ਹਾਂ। ਇਸ ਕਰਕੇ ਉੱਥੋਂ ਦੇ ਵੋਟਰਾਂ 'ਚ ਜਿਹੜੀਆਂ ਇਹ ਦੁਬਿਧਾ ਪੈਦਾ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਉਹ ਮਾੜੀ ਗੱਲ ਆ। ਲੇਕਿਨ ਜਿੰਨਾ ਜ਼ੋਰ ਉੱਥੇ ਪਾਰਟੀ ਲਾ ਰਹੀ, ਅਸੀਂ ਪਹਿਲਾਂ ਵੀ ਸਿੱਖ ਚੈਨਲ 'ਤੇ ਇੱਥੇ ਹੀ ਕਿਹਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਆ ਵੀ 1-2 ਸੀਟਾਂ ਬਾਦਲ ਕੇ ਲੈ ਜਾਣ, ਲੇਕਿਨ ਜਿਹੜੀ ਸੈਂਟਰ ਹਾਈ ਕਮਾਂਡ ਚਾਹੁੰਦੀ ਵੀ 13 ਦੀਆਂ 13 ਸੀਟਾਂ ਜਿੱਤਣੀਆਂ ਨੇ। ਮਨਪ੍ਰੀਤ ਸਿੰਘ ਬਾਦਲ ਔਰ ਜਿਹੜੇ ਤੁਹਾਡੇ ਰਾਜਾ ਵੜਿੰਗ ਆ, ਉਹਨਾਂ ਦੀ ਪਤਨੀ ਆ, ਉਹ ਹੱਥ ਧੋ ਕੇ ਬਾਦਲਾਂ ਦੇ ਪਿੱਛੇ ਪਏ ਨੇ। ਅੱਜ ਤੇ ਲਾਲ ਸਿੰਘ ਨੇ ਵੀ ਕਹਿਤਾ, ਜਿਹੜੇ ਇੱਥੇ ਪੰਜਾਬ ਦੀ ਕੰਪੇਨ ਦੇ ਇੰਚਾਰਜ ਨੇ, ਵੀ ਡਾਕਟਰ ਨਵਜੋਤ ਸਿੰਘ ਸਿੱਧੂ ਜਿਹੜੀ ਹਰ ਹਲਕੇ ਜਾ ਕੇ ਪ੍ਰਚਾਰ ਕਰੇਗੀ। ਉਹਨਾਂ ਇਹ ਵੀ ਕਹਿਤਾ ਵੀ ਜਲਦੀ ਹੀ ਨਵਜੋਤ ਸਿੰਘ ਸਿੱਧੂ ਵੀ ਆ ਕੇ ਪ੍ਰਚਾਰ ਕਰਨਗੇ, ਕਿ ਉਹ ਸਿੱਧੂ ਸਾਹਿਬ ਨੇ ਪਿੱਛੇ ਜੇ ਕਹਿ ਦਿੱਤਾ ਸੀਗਾ ਕਿ ਮੇਰੇ ਬਾਹਰ ਦੇ ਟੂਰ ਜਿਹੜੇ ਉਹ ਜੇ ਬੜੇ ਕਾਫੀ ਨੇ, ਲੇਕਿਨ ਮੈਂ ਸਿਰਫ ਉੱਥੇ ਹੀ ਜਾਂਦਾ ਵਾ ਜਿਹੜਾ ਪ੍ਰੋਗਰਾਮ ਮੈਨੂੰ ਅਹਿਮਦ ਪਟੇਲ ਜਿਹੜੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਿੱਜੀ ਸਹਾਇਕ ਨੇ ਉਹ ਦਿੰਦੇ ਨੇ, ਜਾਂ ਰਾਹੁਲ ਗਾਂਧੀ ਦੇ ਆਫਿਸ ਤੋਂ ਮੈਨੂੰ ਜਿਹੜੇ ਆਉਂਦੇ ਆ ਪ੍ਰੋਗਰਾਮ, ਉਹਨਾਂ 'ਚ ਮੈਂ ਸ਼ਮੂਲੀਅਤ ਕਰਦਾ। ਜੇ ਕਿਤੇ ਇਹਨਾਂ ਨੇ ਆਪਣੇ ਵਾਕਈ ਪੰਜਾਬ ਦੇ ਲੋਕਾਂ ਨੇ, ਪੰਜਾਬ ਦੀ ਲੀਡਰਸ਼ਿਪ ਨੇ ਸੀਟਾਂ ਜਿੱਤਣੀਆਂ ਤੇ ਇਹੋ ਜਿਹੇ ਸੈਲੀਬ੍ਰਿਟੀ ਲਿਆਉਣੇ ਪੈਣਗੇ। ਅਗਲੀ ਗੱਲ ਕਹੀਏ ਤੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਗੱਲ ਕਹੀ ਵੀ ਜੇ 13 ਦੀਆਂ 13 ਸੀਟਾਂ ਜਿੱਤਣ ਕਰਕੇ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਬਾਸ਼ੇ ਮਿਲਣੀ ਆ, ਤੇ ਜੇ ਕੋਈ ਸੀਟ ਹਾਰਦੀ ਆ ਤਾਂ ਉਹਦਾ ਨੁਕਸਾਨ ਵੀ ਕੈਪਟਨ ਅਮਰਿੰਦਰ ਸਿੰਘ ਚਲਾਉਣਾ ਪਏਗਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਤੇ ਉੱਥੇ ਇੰਨੀ ਗੱਲ ਕਹੀ, ਲੇਕਿਨ ਸੰਗਰੂਰ ਦੇ ਵਿੱਚ ਜਾ ਕੇ, ਸੰਗਰੂਰ ਫਤਿਹਗੜ੍ਹ ਸੇ ਪਟਿਆਲਾ ਦੀ ਇੱਕ ਰੈਲੀ ਨੂੰ ਸੰਬੋਧਨ ਕੀਤਾ,
ਉੱਥੇ ਉਹਨੇ ਬੜਾ ਕੁਝ ਕਿਹਾ, ਉਹ ਅਗਲੀ ਗੱਲ 'ਚ ਗੱਲ ਕਰਾਂਗੇ। ਬਿਲਕੁਲ। ਇਸ ਦੇ ਨਾਲ ਪੱਟੀ ਸਾਹਿਬ ਗੱਲ ਕਰੀਏ ਤਾਂ ਬਾਦਲਾਂ ਦਾ ਵੀ ਬਾਹਰ ਨਿਕਲਣਾ, ਪਿੰਡਾਂ 'ਚ ਜਾਣਾ, ਜਿਵੇਂ ਆਮ ਲੋਕਾਂ 'ਚ ਵਿਚਰਦੇ ਸੀ ਪਹਿਲੋਂ ਵੱਡੇ ਬਾਦਲ ਸਾਹਿਬ ਵੀ, ਉਹ ਵੀ ਔਖਾ ਨਹੀਂ ਹੋਇਆ ਪਿਆ ਕਿ ਲੋਕ ਕਾਲੀਆਂ ਝੰਡੀਆਂ ਵਿਖਾ ਰਹੇ ਆ ਲਗਾਤਾਰ? ਰੋਜ਼ ਇੱਕ ਨਾ ਇੱਕ ਖਬਰ ਜਿਹੜੀ ਆ ਰਹੀ ਹੈ ਕਿ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ। ਇਸ ਵਾਰੀ ਲੋਕ ਕਾਫੀ ਅਵੇਅਰ ਹੋਏ ਨੇ ਜੀ, ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗਾ ਜੀ, ਲੋਕਾਂ ਲੋਕਾਂ ਨੂੰ ਵੋਟ ਦੀ ਕਦਰ ਦਾ ਪਤਾ ਲੱਗਾ। ਲੋਕ ਸਵਾਲ ਪੁੱਛਦੇ ਨੇ ਵੀ ਬਾਦਲ ਸਾਹਿਬ ਸਾਨੂੰ ਇਹ ਜਵਾਬ ਦੇ ਦਿਓ ਵੀ ਤੁਹਾਡੀ 10 ਸਾਲਾਂ ਦੇ ਵਿੱਚ ਜਿਹੜੀ ਆ ਉਹ ਪੰਜਾਬ ਨੂੰ ਦੇਣ ਕੀ ਹੈਗੀ ਹੈ, ਪੰਜਾਬ ਦੇ ਮੁੱਦੇ ਕਿੱਥੇ ਨੇ ਜੀ, ਪੰਜਾਬ ਦੀ ਨਸ਼ਾ ਤਸਕਰੀ ਕਿੱਥੇ ਆ, ਪੰਜਾਬ ਦੇ ਧਾਰਮਿਕ ਜਿਹੜੇ ਗ੍ਰੰਥ ਸੀ ਉਹਨਾਂ ਦੀ ਬੇਅਦਬੀ ਉਹ ਕਿੱਥੇ ਆ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਦਲ ਸਾਹਿਬ ਕੋਲ ਉਹਦਾ ਕੋਈ ਜਵਾਬ ਨਹੀਂ ਹੁੰਦਾ। ਇਸ ਕਰਕੇ ਉਹਨਾਂ ਇਲਾਕਿਆਂ 'ਚ ਜਾਂਦੇ ਜਿੱਥੇ ਉਹਨਾਂ ਦੇ ਵਰਕਰਾਂ ਦੀ ਭਰਮਾਰ ਆ ਜੀ। ਕਈ ਜਗ੍ਹਾ ਤੇ ਤੁਸੀਂ ਵੇਖਿਆ ਹੋਵੇਗਾ ਟੀਵੀ ਦੇ ਉੱਤੇ ਲਾਈਵ ਚੱਲਿਆ ਵਾ, ਜੇ ਕਿਸੇ ਨੇ ਸਵਾਲ ਪੁੱਛਿਆ ਤੇ ਉਹਦੀ ਕੁੱਟਮਾਰ ਵੀ ਕੀਤੀ ਗਈ ਅਕਾਲੀ ਵਰਕਰਾਂ ਨੂੰ। ਇਹ ਮਾੜੀ ਗੱਲ ਆ ਜੀ, ਉਹਨਾਂ ਦਾ ਅਧਿਕਾਰ ਆ ਸਵਾਲ ਪੁੱਛਣਾ। ਜੇ 5 ਸਾਲ ਬਾਅਦ ਲੋਕ ਆਪਣੇ ਲੀਡਰ ਨੂੰ ਸਵਾਲ ਵੀ ਨਹੀਂ ਪੁੱਛ ਸਕਦੇ ਤੇ ਮੈਂ ਸੋਚਦਾ ਵਾਂ ਵੀ ਇਹ ਡੈਮੋਕ੍ਰੇਸੀ ਨਹੀਂ ਹੈਗੀ। ਜਿਸ ਤਰ੍ਹਾਂ ਬੀਬੀ ਭੱਠਲ ਨੇ ਕੀਤਾ ਵਾ, ਇੱਕ ਵਿਅਕਤੀ ਨੇ ਜੋ ਸਵਾਲ ਪੁੱਛਿਆ, ਕਹਿੰਦੇ ਜੀ ਇਹ ਆਮ ਆਦਮੀ ਪਾਰਟੀ ਦਾ ਕੰਮ, ਜਿਹਦਾ ਮਰਜ਼ੀ ਹੋਵੇ, ਆਮ ਆਦਮੀ ਪਾਰਟੀ ਦਾ ਹੋਵੇ, ਕਾਂਗਰਸ ਦਾ ਹੋਵੇ, ਅਕਾਲੀਆਂ ਦਾ ਹੋਵੇ, ਕਾਮਰੇਡਾਂ ਦਾ ਹੋਵੇ, ਉਸ ਹਲਕੇ ਦਾ ਉਹ ਬਿਸ਼ੰਦਾ ਵਾ ਜੀ, ਉਸ ਹਲਕੇ ਦਾ ਉਹ ਵੋਟਰ ਆ, ਉਹਨੂੰ ਅਧਿਕਾਰ ਹੈ ਤੁਹਾਨੂੰ ਸਵਾਲ ਪੁੱਛਣ ਦਾ। ਤੁਹਾਡੇ ਕੋਲ ਜਵਾਬ ਹੈਗਾ ਤੇ ਦੇ ਦਿਓ, ਜੇ ਨਹੀਂ ਦੇਗਾ ਨਹੀਂ ਹੈਗਾ ਤੇ ਕਹਿ ਦਿਓ ਨੋ ਕਮੈਂਟ ਜੀ। ਤੇ ਚਪੇੜ ਮਾਰਨ ਦਾ ਕੀ ਮਤਲਬ ਹੋਇਆ ਜੀ? ਉਹ ਚਪੇੜ ਮਾਰਨ ਨੇ ਕੇਵਲ ਸਿੰਘ ਢਿੱਲੋਂ ਦੀ ਇੱਕ ਵਾਰੀ ਜਿਹੜੀ ਪੂਰੀ ਲੀਹ ਤੇ ਚੜੀ ਸੀ ਮੁਹਿੰਮ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਦੀ, ਉਹਨੂੰ ਇੱਕ ਵਾਰੀ ਥੋੜ੍ਹਾ ਜਿਹਾ ਡੀਰੇਲਡ ਕੀਤਾ ਵਾ, ਕਿਉਂਕਿ 4-5 ਪਿੰਡਾਂ ਦੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਵੀ ਜਿੰਨਾ ਚਿਰ ਬੀਬੀ ਭੱਠਲ ਜਨਤਕ ਤੋਂ ਆ ਕੇ ਮਾਫੀ ਨਹੀਂ ਮੰਗਦੀ ਉਹਨਾਂ ਚਿਰ ਅਸੀਂ ਕਾਂਗਰਸ ਦਾ ਬਾਈਕਾਟ ਕਰਾਂਗੇ ਜੀ। ਬਾਈਕਾਟ ਹੁੰਦਾ ਨਹੀਂ ਹੁੰਦਾ ਪੂਰਨ ਰੂਪ 'ਚ, ਇਹ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਲੇਕਿਨ ਅਖਬਾਰਾਂ 'ਚ ਚਰਚਾ ਜ਼ਰੂਰ ਹੋ ਗਈ ਹੈ ਵੀ ਇਹ ਬਾਈਕਾਟ ਕਰਾਂਗੇ। ਲੇਕਿਨ ਇਸ ਚੀਜ਼ ਨੂੰ ਲੈ ਕੇ ਲੋਕ ਕਾਫੀ ਨਾਰਾਜ਼ ਨੇ ਜੀ ਵੀ ਬੀਬੀ ਭੱਠਲ ਦਾ ਜੇ ਪਿਛੋਕੜ ਵੇਖਿਆ ਜਾਵੇ, ਉਹ ਆਜ਼ਾਦੀ ਘੁਲਾਟੀਆਂ ਦੀ ਬੇਟੀ ਆ, ਉਹਦਾ ਜਨਮ ਵੀ ਜੇਲ੍ਹ ਦੇ ਵਿੱਚ ਹੋਇਆ, ਲੋਕ ਸਤਿਕਾਰ ਕਰਦੇ ਉਹਦਾ। ਲੇਕਿਨ ਉਹਨੇ ਇੱਕ ਵਾਰ ਤੁਹਾਨੂੰ ਸ਼ਾਇਦ ਪਤਾ ਹੋਏਗਾ, ਜਦੋਂ ਪਹਿਲਾਂ ਇਹ ਇੱਕ ਮੰਤਰੀ ਹੁੰਦੀ ਸੀ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ, ਉਦੋਂ ਵੀ ਜਾ ਕੇ ਇਹਦੇ ਪਰਿਵਾਰ ਦੇ ਇੱਕ ਬੱਚੇ ਨੂੰ ਕਿਸੇ ਨੇ ਝਿੜਕਦਾ, ਟੀਚਰ ਨੇ, ਇਹ ਲਾਮ ਲਸ਼ਕਰ ਲਾ ਕੇ ਜਾ ਕੇ ਸਕੂਲ ਜਾ ਕੇ ਉਹ ਮਾਸਟਰ ਦੇ ਗੱਲ ਪੈ ਗਈ ਸੀਗੀ ਜੀ। ਇਸ ਕਰਕੇ ਬੀਬੀ ਭੱਠਲ ਦਾ ਤੇ ਚਪੇੜਾਂ ਦਾ ਕਾਫੀ ਪੁਰਾਣਾ ਸੰਬੰਧ ਆ। ਲੇਕਿਨ ਇਸ ਵੇਲੇ ਜਿਹੜਾ ਨੁਕਸਾਨ ਬੀਬੀ ਭੱਠਲ ਦਾ ਨਹੀਂ ਹੋ ਰਿਹਾ, ਕੇਵਲ ਸਿੰਘ ਢਿੱਲੋਂ ਦਾ ਤੇ ਪਾਰਟੀ ਦਾ ਹੋ ਰਿਹਾ ਜੀ। ਇਸ ਦੇ ਨਾਲ ਪੱਟੀ ਸਾਹਿਬ ਗੱਲ ਕੀਤੀ ਜਾਵੇ ਤਾਂ ਕੱਲ੍ਹ ਇੱਕ ਰੋਸ ਮਾਰਚ ਜਿਹੜਾ ਆ ਉਹ ਵੀ ਕੱਢਿਆ ਗਿਆ ਬਰਗਾੜੀ ਤੋਂ ਲੈ ਕੇ ਬਾਦਲ ਪਿੰਡ ਤੱਕ, ਤੇ ਇਹ ਵੀ ਚਰਚਾ ਸੀਗੀ ਕਿ ਉਦੋਂ ਜਦੋਂ ਰੋਸ ਮਾਰਚ ਉੱਥੇ ਪਹੁੰਚਿਆ ਆ ਤਾਂ ਜਦੋਂ ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹਨਾਂ ਦੀ ਕੋਠੀ ਦੇ ਬਾਹਰ ਰੋਸ ਮਾਰਚ ਹੋ ਰਿਹਾ ਸੀ ਤੇ ਉਹ ਵੀ ਅੰਦਰ ਹੀ ਸੀਗੇ, ਪਰ ਉੱਥੇ ਦੋ ਧਿਰਾਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਹੀ ਭਿੜ ਗਈਆਂ। ਇਸ ਦੇ ਨਾਲ ਕਿਵੇਂ ਦਾ ਸੰਦੇਸ਼ ਜਿਹੜਾ ਇੱਕ ਜਾਣਾ ਸੀਗਾ ਉਸ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਖਾਮੀ ਜਿਹੜੀ ਆ ਉਹ ਨਜ਼ਰ ਆਈ ਹੈ ਤੇ ਲੋਕਾਂ 'ਚ ਵੀ ਗਲਤ ਮੈਸੇਜ ਜਿਹੜਾ ਉਹ ਗਿਆ ਸੰਗਤਾਂ 'ਚ। ਪਹਿਲੀ ਗੱਲ ਤੇ ਇਹ ਰੋਡ ਮਾਰਚ ਨਾ ਕੱਢਿਆ ਚੰਗੀ ਗੱਲ ਆ, ਉਹਨਾਂ ਦਾ ਹੱਕ ਆ ਜੀ, ਕੱਢ ਸਕਦੇ ਆ। ਲੇਕਿਨ 25 ਜਥੇਬੰਦੀਆਂ ਹੋਣ ਤੇ 70 ਗੱਡੀਆਂ ਹੋਣ, 200 ਦਾ ਤਾਂ ਕੋਈ ਬੰਦਾ ਨਾ ਹੋਵੇ ਤੇ ਸਮਝ ਲਓ ਵੀ ਉਹ ਰੋਡ ਮਾਰਚ ਕਿੰਨਾ ਕਾਮਯਾਬ ਹੋਏਗਾ। ਦੂਸਰੀ ਚੀਜ਼ ਮੈਂ ਗੱਲ ਕਹਿ ਦਿਆਂ, ਕਿਸੇ ਵੀ ਵਿਰੋਧੀ ਪਾਰਟੀ ਕੋਲ ਅਜੇ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਦਲ ਨਹੀਂ। ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਦਾ ਬਦਲ ਨਹੀਂ ਮਿਲਦਾ ਉਹਨਾਂ ਚਿਰ ਤੁਸੀਂ ਉਹਦਾ ਕੱਖ ਨਹੀਂ ਵਿਗਾੜ ਸਕਦੇ। ਜਿੰਨੇ ਮਰਜ਼ੀ ਰੋਸ ਮਾਰਚ ਕਰ ਲਓ, ਜਿੰਨੀਆਂ ਮਰਜ਼ੀ ਕਾਲੀਆਂ ਝੰਡੀਆਂ ਵਿਖਾ ਲਓ, ਜੋ ਮਰਜ਼ੀ ਕਰ ਲਓ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਵੀ ਤੂਤੀ ਬੋਲਦੀ ਆ, ਕੱਲ੍ਹ ਵੀ ਬੋਲਦੀ ਆ ਤੇ ਗਾਂ ਬੋਲਦੀ ਰਹੇਗੀ ਜਿੰਨੇ ਚਿਰ ਉਹਦਾ ਕੋਈ ਬਦਲ ਨਹੀਂ ਮਿਲਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲੋਂ ਸਟਰੋਂਗ ਕੋਈ ਨਹੀਂ ਇੱਥੇ ਹੈਗਾ। ਜਥੇਦਾਰ ਟੌੜਾ ਜਦੋਂ ਵੱਖ ਹੋਏ ਸੀ 1999 ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਉਹਨਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀਗਾ। ਉਹ ਬਣਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਉਹਦੀ ਕਾਮਯਾਬੀ ਨਹੀਂ ਸੀ ਮਿਲੀ, ਲੋਕ ਨਾਲ ਨਹੀਂ ਸੀ ਤੁਰੇ, ਕਿਉਂਕਿ ਉਦੋਂ ਕਿਹਾ ਜਾਂਦਾ ਸੀ ਵੀ ਜਥੇਦਾਰ ਗੁਰਚਰਨ ਸਿੰਘ ਜਿਹੜਾ ਉਹ ਲੀਡਰਾਂ ਦਾ ਲੀਡਰ ਆ, ਸਰਦਾਰ ਪ੍ਰਕਾਸ਼ ਸਿੰਘ ਲੀਡਰ ਲੋਕਾਂ ਦਾ ਲੀਡਰ ਆ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਚ ਅੱਜ ਵੀ ਭਾਵੇਂ ਉਹ 100 ਦੇ ਕਰੀਬ ਢੁੱਕ ਚੱਲੇ ਨੇ, ਲੇਕਿਨ ਅੱਜ ਵੀ ਸ਼ਕਤੀ ਇਹਦੀ ਆ ਵੀ ਉਹ ਲੋਕਾਂ ਦੇ ਵਿੱਚ ਵਿਚਰਨਾ। ਇੱਕ ਜਿਵੇਂ ਬੰਦਾ ਹੁੰਦਾ ਵੀ ਜਿੰਨਾ ਜਿਵੇਂ 2-4 ਬੰਦੇ 10 ਨੂੰ ਮਿਲਣ ਦਾ ਮੁਝ ਰੋਟੀ ਜਮਨੀ ਹੁੰਦੀ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਜੀ।
ਕੈਪਟਨ ਅਮਰਿੰਦਰ ਸਿੰਘ ਵਰਗੇ ਤੇ ਵਜੇ ਹੋਟਲ 'ਚ ਬੈਠੇ ਹੁੰਦੇ ਆ ਤਾਂ ਉਹਨੇ 10 ਮਿੰਟ ਗਾਇਬ ਹੀ ਹੁੰਦੇ। ਤੇ ਇਹਨਾਂ ਜਥੇਬੰਦੀਆਂ ਕੋਲ ਜੋ ਮਰਜ਼ੀ ਕਰ ਲੈਣ, ਜਿੰਨਾ ਚਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਕਿਸੇ ਇੱਕ ਨੂੰ ਆਪਣਾ ਲੀਡਰ ਨਹੀਂ ਮੰਨ ਲੈਂਦੇ, ਉਹਨਾਂ ਚਿਰ ਜਿੰਨੇ ਮਰਜ਼ੀ ਮਾਰਚ ਕਰ ਲੈਣ, ਜਿੰਨੀਆਂ ਮਰਜ਼ੀ ਝੰਡੀਆਂ ਵਿਖਾਉਣ, ਉਹਦਾ ਕੁਛ ਨਹੀਂ ਵਿਗਾੜ ਸਕਦੇ ਜੀ। ਔਰ ਮੈਂ ਇਹ ਗੱਲ ਕਹੂੰਗਾ, ਜੇ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਗੁੱਥੋ ਗੁੱਥੀ ਹੋਏ ਆ, ਬੰਦੇ ਵੀ ਫੱਟੜ ਹੋਏ ਆ, ਡਾਂਗ ਛੋਟਾ ਵੀ ਚੱਲਿਆ, ਆਪਸ ਵਿੱਚ ਚੱਲਿਆ, ਪੁਲਿਸ ਮੂਕ ਦਰਸ਼ਨ ਬਣ ਕੇ ਵੇਖਦੀ ਰਹੀ ਜੀ, ਤੇ ਫਿਰ ਕੀ ਸੰਦੇਸ਼ ਲੋਕਾਂ 'ਚ ਗਿਆ ਉਹਦਾ ਕਿ ਜਿਹੜੇ ਆਪ ਹੀ ਇਕੱਠੇ ਨਹੀਂ, ਉਹ ਵਿਰੋਧ ਕੀ ਕਰਨਗੇ ਬਾਦਲ। ਇਸ ਕਰਕੇ ਮੈਂ ਸੋਚਦਾ ਵਾਂ ਪਹਿਲਾਂ ਇਹਨਾਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਬਾਦਲ ਦਾ ਇੱਕ ਬਦਲ ਲੱਭਣਾ ਚਾਹੀਦਾ ਜੀ, ਤੇ ਫਿਰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਜੇ ਨਹੀਂ ਮਿਲਦਾ ਤੇ ਫਿਰ ਕਾਮਯਾਬੀ ਕੋਈ ਨਹੀਂ ਮਿਲੇਗੀ ਜੀ। ਇਸ ਦੇ ਨਾਲ ਪੱਟੀ ਸਾਹਿਬ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਉਸ ਦੇ ਲਗਾਤਾਰ ਵਿਧਾਇਕ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਆ, ਉਹਨਾਂ ਲਈ ਕਾਫੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਉਹਨਾਂ ਨੇ 11 ਜਿਹੜੇ ਵਿਧਾਇਕ ਆ ਉਹਨਾਂ ਨੇ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਉਹ ਚਿੱਠੀ ਕੀ ਹੈ, ਅਸਲ 'ਚ ਲਿਖਿਆ ਕੀ ਉਹਦੇ ਵਿੱਚ? ਵੇਖੋ ਜੀ, ਚਿੱਠੀ ਉਹਨਾਂ ਲਿਖੀ ਆ ਜਨਤਾ ਦੇ ਨਾਂ 'ਤੇ ਜੀ। ਉਹਨਾਂ 11 ਵਿਧਾਇਕਾਂ ਨੇ ਕਿਹਾ ਵੀ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ ਸੀ ਤੇ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਜੀ, ਸਾਡੇ 'ਚੋਂ ਕੋਈ ਵੀ ਨਾ ਪਾਰਟੀ ਛੱਡ ਰਿਹਾ, ਨਾ ਕਿਤੇ ਕੋਈ ਸ਼ਾਮਲ ਹੋ ਰਿਹਾ ਜੀ, ਅਸੀਂ ਬਿਲਕੁਲ ਇਕੱਠੇ ਹਾਂ ਜੀ। ਤੇ ਜਿਹੜੇ ਲੋਕ ਛੱਡ ਕੇ ਗਏ ਨੇ ਜਾਂ ਛੱਡ ਰਹੇ ਨੇ, ਉਹਨਾਂ ਲੋਕਾਂ ਨੇ ਗਦਾਰੀ ਕੀਤੀ, ਆਪਣੇ ਹਲਕੇ ਦੇ ਲੋਕਾਂ ਨਾਲ ਵੀ ਕੀਤੀ ਆ, ਪਾਰਟੀ ਨਾਲ ਵੀ ਕੀਤੀ ਹੈ ਤੇ ਸਿਧਾਂਤ ਨਾਲ ਵੀ ਕੀਤੀ ਹੈ ਜੀ ਜੀ। ਉਹਨਾਂ ਨੇ ਹੋਰ ਬਹੁਤਾ ਕੁਛ ਲਿਖਿਆ ਨਹੀਂ ਇਹਦੇ ਵਿੱਚ, ਲੇਕਿਨ ਉਹਨਾਂ ਦਾ ਇਹ ਦਾਅਵਾ ਵੀ ਅਸੀਂ 11 ਵਿਧਾਇਕ ਇਕੱਠੇ ਹਾਂ। ਜਿਹੜੇ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਆ ਕਿ ਵਿਰੋਧੀ ਧਿਰ ਦਾ ਨੇਤਾ ਅਕਾਲੀ ਦਲ ਦਾ ਕੋਈ ਬਣ ਜਾਵੇ, ਇਹ ਉਹਨਾਂ ਦੀ ਕੋਸ਼ਿਸ਼ ਆ ਜੀ। ਤੁਹਾਨੂੰ ਮੈਂ ਦੱਸ ਦਿਆਂ, ਜਦੋਂ 2002 ਦੀ ਚੋਣ ਹੋਈ ਹੈ ਤੇ ਉਦੋਂ ਬੱਲੂਆਣਾ ਜਿਹੜੇ ਹੁਣ ਬਣੇ ਨੇ ਆਪਣੇ ਨੱਥੂ ਰਾਮ ਜੀ ਜੀ, ਤੇ ਇਹ ਉਦੋਂ ਮਲੋਟ ਤੋਂ ਖੜੇ ਸੀਗੇ। ਉਦੋਂ ਕੁੱਤੀਵਾਲ ਸਾਹਿਬ ਵੀ ਮੇਖਾ ਖੜੇ ਸੀ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਉਹ ਵੀ ਖੜੇ ਸੀ। ਇਹ ਕਾਮੜ ਸੀਟ 'ਤੇ ਖੜੇ ਸੀ। ਕਾਮਰੇਡਾਂ ਨਾਲ ਤੇ ਇਹਨਾਂ ਦਾ ਅਲਾਇੰਸ ਸੀ ਤੇ ਉਹ ਜਿੱਤ ਗਏ ਸੀਗੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਗਲਤੀ ਕੀਤੀ ਵੀ ਦੋਵੇਂ ਮੁੜ ਕੇ ਕਾਂਗਰਸ ਸ਼ਾਮਿਲ ਕਰ ਲਏ। ਕਾਂਗਰਸ ਨੂੰ ਸ਼ਾਮਿਲ ਕਰਨ ਤੋਂ ਬਾਅਦ ਮੁੜ ਕੇ ਕਾਮਰੇਡਾਂ ਨੇ ਕਾਂਗਰਸ ਸਮਝੌਤਾ ਨਹੀਂ ਕੀਤਾ, ਜਿਹਦੇ ਕਰਕੇ 2012 ਵਿੱਚ ਕੈਪਟਨ ਜੀ ਹਾਰੇ ਜੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਕੋਲੇ 2/3 ਬਹੁਮਤ ਪਹਿਲਾਂ ਹੈਗਾ ਵਾ, ਉਹਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ। ਉਹਨੂੰ ਕਿ ਭਾਈ ਜਿਹੜਾ ਤੇਰਾ ਕੰਮ ਤੂੰ ਦੱਸ, ਜਿੱਥੇ ਬੈਠਾ ਉੱਥੇ ਬੈਠਾ ਰਹੋ, ਸਮਾਂ ਆਉਣ ਤੋਂ ਤੈਨੂੰ ਸ਼ਾਮਿਲ ਕਰ ਲਾਂਗੇ ਜੀ। ਇਹ ਜੋ ਉਹਨਾਂ ਨੇ ਇੱਕ ਭੰਨਤੋੜ ਕੀਤੀ ਦੂਜੀਆਂ ਪਾਰਟੀਆਂ ਦੀ, ਇਹ ਮੈਂ ਸੋਚਦਾ ਮਰਿਆਦਾ ਦੇ ਬਹੁਤਾ ਅਨੁਕੂਲ ਨਹੀਂ, ਤੇ ਜਿਹੜੇ ਛੱਡ ਕੇ ਜਾ ਰਹੇ ਨੇ ਉਹਨਾਂ ਵਾਸਤੇ ਬਹੁਤਾ ਵਧੀਆ ਨਹੀਂ ਜੀ। ਜਿਵੇਂ ਨਾਜਰ ਸਿੰਘ ਮਾਨਸਾ ਦਾ ਦੋਸ਼ ਲੱਗਾ ਵੀ ਉਹਨੇ 10 ਲੱਖ ਰੁਪਏ ਚੇਅਰਮੈਨ ਨਹੀਂ ਬਦਲ ਛੱਡਤੀ ਪਾਰਟੀ ਜੀ। ਅਮਰਜੀਤ ਸਿੰਘ ਜਿਹੜਾ ਹੈਗਾ ਉਹਨੇ ਪਾਰਟੀ ਕੋ ਛੱਡੀ। ਪਾਰਟੀ ਛੱਡਣ ਦਾ ਮੇਨ ਕਾਰਨ ਸਿਰਫ ਇਹ ਆ ਵੀ ਉੱਥੇ 100 ਦੇ ਕਰੀਬ ਕ੍ਰੈਸ਼ਰ ਚੱਲਦਾ ਵਾ ਨਜਾਇਜ਼ ਜੀ, ਜਿਹੜਾ 1 ਲੱਖ ਰੁਪਈਆ ਉੱਥੋਂ ਦੇ SSP ਨੂੰ ਤੇ 1 ਲੱਖ ਰੁਪਈਆ ਵਿਧਾਇਕ ਨੂੰ ਦਿੰਦਾ ਹਰ ਮਹੀਨੇ, ਤੇ 100 ਦੇ ਕਰੀਬ ਜੇ ਬਣਦਾ ਤੇ 1 ਕਰੋੜ ਰੁਪਈਆ ਬਣਦਾ ਵਾ SSP ਦਾ, 1 ਕਰੋੜ ਬਣਦਾ ਵਿਧਾਇਕ ਦਾ। ਇਸ ਕਰਕੇ ਉਹਨੂੰ ਪਤਾ ਸੀ ਵੀ ਭਾਈ ਉਹ ਡਰਾਈਵਰ ਹੈਗਾ ਸੀ, ਡਰਾਈਵਰ ਤੋਂ ਇਲੈਕਸ਼ਨ ਲੜੀ, ਆਮ ਆਦਮੀ ਪਾਰਟੀ ਲੜਾਤੀ, MLA ਬਣ ਗਿਆ। ਉਹਨੂੰ ਪਤਾ ਹੀ ਨਹੀਂ ਮੇਰੀਆਂ ਜ਼ਿੰਮੇਵਾਰੀਆਂ ਕੀ ਆ, ਵਿਧਾਇਕ ਦਾ ਕੰਮ ਕੀ ਹੁੰਦਾ, ਉਹਨੂੰ ਹੀ ਨਹੀਂ ਪਤਾ ਹੈਗਾ। ਉਹਨੇ ਉਦੋਂ ਪਿੱਛੇ ਤੁਹਾਨੂੰ ਪਤਾ ਜੋ ਵਿਰੋਧ ਕੀਤਾ ਸੀ ਇਹਨਾਂ ਦਾ, ਮਾਈਨੇ ਗਾਲਿਆਂ ਦਾ, ਕਾਫੀ ਡੰਗ ਛੋਟਾ ਵਿਖੜ ਗਿਆ ਸੀ, ਉਹਦੀ ਕੁੱਟਮਾਰ ਵੀ ਹੋਈ ਸੀ, ਪਰਚੇ ਵੀ ਬਾਅਦ ਦਰਜ ਹੋਏ ਸੀ, ਵੱਖਰੀ ਗੱਲ ਆ। ਲੇਕਿਨ ਇਸ ਵੇਲੇ ਜਿਹੜੀ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਆ, ਉਹਨੇ ਕਿਹਾ ਜੀ 1 ਕਰੋੜ ਰੁਪਇਆ ਕਮਾਓ ਮਹੀਨੇ ਦਾ, ਚੰਗੀ ਗੱਲ, SSP ਨੂੰ ਪੈਸੇ ਜਾਂਦੇ, ਉਹਨੂੰ ਵੀ ਜਾਂਦੇ ਆ। ਜੇ ਕਿਤੇ ਉਹਦੀ ਓਪਨਲੀ ਕੋਈ ਸਹੀ ਤਰੀਕੇ ਨਾਲ ਪੜਤਾਲ ਹੋ ਜਾਵੇ ਤੇ ਉੱਥੋਂ ਜਿਹੜੀ ਨਜਾਇਜ਼ ਕ੍ਰੈਸ਼ਰ ਚੱਲ ਰਹੇ ਆ, ਜਿਹੜੇ ਸਾਡੇ ਵਾਤਾਵਰਨ ਨੂੰ ਖਰਾਬ ਕਰ ਰਹੇ ਆ, ਜਿਹੜੇ ਸਾਡੇ ਸਾਡਾ ਹੈਗਾ ਵਾ ਪ੍ਰਦੂਸ਼ਣ ਫੈਲਾ ਰਹੇ ਨੇ ਉੱਥੇ, ਉਹਨਾਂ ਨੂੰ ਜੇ ਬੰਦ ਕੀਤਾ ਜਾਵੇ ਚੰਗੀ ਗੱਲ ਆ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਉਹ ਚੱਲ ਰਹੇ, ਸਭ ਨੂੰ ਪਤਾ ਵਾ। ਇਸ ਕਰਕੇ ਉਹ ਉਸ ਪਾਸੇ ਚਲੇ ਗਿਆ। ਇੱਕ ਪਾਸੇ ਨੂੰ ਲਾਲਚ ਦਿੱਤਾ ਵੀ ਤੈਨੂੰ ਚੇਅਰਮੈਨ ਨਹੀਂ ਦੇ ਦਿਆਂਗੇ, ਉਹਨੂੰ ਵੀ ਪਤਾ ਦੁਬਾਰਾ ਮੈਂ MLA ਤੇ ਬਣਨਾ ਨਹੀਂ ਜੀ। ਗਾਂ ਕਹਿਤਾ ਉਹਨੂੰ ਤੈਨੂੰ ਟਿਕਟ ਵੀ ਦੇ ਦਿਆਂਗੇ, ਮਿਲਦੀ ਕਿ ਨਹੀਂ ਮਿਲਦੀ ਬਾਅਦ ਦੀ ਗੱਲ ਆ। ਹਾਲ ਦੀ ਘੜੀ 10 ਕਰੋੜ ਦਾ ਇਲਜ਼ਾਮ ਵੀ ਲੱਗਦਾ। ਬੜੀ ਭਾਵਕ ਤਕਰੀਰ ਕੀਤੀ ਹੈ ਭਗਵੰਤ ਮਾਨ ਨੇ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜੀ। ਬਿਲਕੁਲ। ਤੇ ਇਸ ਕਰਕੇ ਮੈਂ ਸੋਚਦਾ ਵੀ ਇਹ ਇਹਨਾਂ ਦੀਆਂ ਆਪਣੀ ਨਿੱਜੀ ਗਰਜਾਂ ਤੇ ਨਿੱਜੀ ਲੋੜਾਂ ਨੂੰ ਲੈ ਕੇ ਜਿਹੜੇ ਸੀ ਇਹ
ਵਿਧਾਇਕ ਜਿਹੜੇ ਆ ਉਹ ਜਾ ਰਹੇ ਦੂਜੇ ਪਾਸੇ। ਇਹ ਗੱਲ ਮਾੜੀ ਆ, ਇਹ ਪਰੰਪਰਾ ਮਾੜੀ ਆ, ਇਹ ਬੰਦ ਹੋਣੀ ਚਾਹੀਦੀ ਆ। ਮੈਂ ਸੋਚਦਾ ਚੋਣ ਕਮਿਸ਼ਨ ਨੂੰ ਇੱਕ ਇਹੋ ਜਿਹਾ ਸਟੈਂਡ ਲੈਣਾ ਚਾਹੀਦਾ ਵੀ ਜਿਹੜਾ ਇੱਕ ਵਾਰੀ ਪਾਰਟੀ ਨੂੰ ਵਿਧਾਇਕ ਬਣ ਗਿਆ ਉਹਨੂੰ 5 ਸਾਲ ਉੱਥੇ ਪੂਰੇ ਕਰਨੇ ਪੈਣਗੇ। ਜੀ ਜੀ। ਜੇ ਕਿ ਆਪਣੀ ਪਾਰਟੀ ਛੱਡਦਾ ਵਾ ਜਾਂ ਦੂਜੀ ਪਾਰਟੀ ਸ਼ਾਮਲ ਹੁੰਦਾ ਵਾ, ਉਸ ਪਾਰਟੀ ਦੇ ਖਿਲਾਫ ਤੇ ਇਸ ਪਾਰਟੀ ਦੇ ਖਿਲਾਫ, ਦੋਵਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਬਿਲਕੁਲ। ਇਸ ਦੇ ਨਾਲ ਪੱਟੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਜਦੋਂ ਕੋਈ ਤਕਰੀਰ ਕਰਦੇ ਆ ਤਾਂ ਉਸ ਦੇ ਵਿੱਚ ਬਾਦਲਾਂ ਦੇ ਖਿਲਾਫ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਕਰ ਲੈਂਦੇ ਆ, ਜਿਸ ਦੇ ਵਿੱਚ ਪਹਿਲਾਂ ਬਿਕਰਮ ਮਜੀਠੀਆ ਦੇ ਖਿਲਾਫ ਵੀ ਉਹਨਾਂ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਬੋਲੀਆਂ। ਹੁਣ ਫਿਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਬਲੂੰਗੜਾ ਕਹਿ ਕੇ ਸੰਬੋਧਨ ਕੀਤਾ। ਵੇਖੋ ਜੀ, ਜਿਹੜੀ ਇਹਨਾਂ ਰੈਲੀ ਹੁਣ ਕੀਤੀ ਆ ਬਠਿੰਡੇ ਤੋਂ ਬਾਅਦ ਜਾ ਕੇ ਸੰਗਰੂਰ ਦੀ ਰੈਲੀ ਤੇ ਆਪਣੀ ਸਾਂਝੀ ਰੈਲੀ ਕੀਤੀ, ਸੰਗਰੂਰ ਦੀ, ਫਤਿਹਗੜ੍ਹ ਸਾਹਿਬ ਦੀ ਤੇ ਪਟਿਆਲੇ ਦੀ, ਜੀ, ਜਿੱਥੇ ਇਹਨਾਂ ਦੀ ਵਾਈਫ ਜਿਹੜੀ ਪਰਨੀਤ ਕੌਰ ਸਟੇਜ ਤੇ ਮੌਜੂਦ ਸੀ, ਇਹਨਾਂ ਦਾ ਬੇਟਾ ਰਣਿੰਦਰ ਮੌਜੂਦ ਸੀ। ਔਰ ਇਹਨਾਂ ਨੇ ਇੰਨੀ ਗੱਲ ਕਹੀ ਉੱਥੇ 17 ਸਾਲ ਬਾਅਦ, ਅੱਜ ਤੋਂ 17 ਸਾਲ ਪਹਿਲਾਂ 2002 ਦੇ ਵਿੱਚ ਚੋਣ ਹੋਈ ਸੀ, ਉਹਦੇ ਬਲੂੰਗੜਾ ਕਹਿੰਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਜੀ। ਉਦੋਂ ਕਹਿੰਦੇ ਸੀ ਡਾਂਗ ਦੇ ਦਿਓ, ਆ ਖੁੰਡਾ ਫੇਰੂ ਚਲੋ ਕਾਲੀ ਨੂੰ, ਮੈਂ ਸੱਤਾ 'ਚ ਆ ਗਿਆ ਤੇ ਖੁੰਡਾ ਖਾਂਡਾ ਤਾਂ ਫੇਰਿਆ ਨਹੀਂ, ਕੁਛ ਕੀਤਾ ਨਹੀਂ। ਜੇ ਉਹਨਾਂ ਦੇ ਖਿਲਾਫ ਮਾੜੇ ਮੋਟੇ ਕੇਸ ਦਰਜ ਕੀਤੇ ਵੀ, ਉਹਨਾਂ ਜ਼ਬਾਨ ਤੇ ਬਾਹਰ ਹੈਗੇ ਤੇ ਮੁੜ ਕੇ ਕੇਸ ਆਪੇ ਵਾਪਸ ਵੀ ਲੈ ਲਏ। ਹੁਣ ਉੱਥੇ ਇਹਨਾਂ ਆ ਕੇ ਫਿਰ ਕਿਹਾ ਵੀ ਬਲੂੰਗੜਾ ਮੋਟਾ ਬੜਾ ਅੱਗੇ ਨੂੰ ਹੋ ਗਿਆ, ਪਤਾ ਨਹੀਂ ਕੀ ਖਾਂਦਾ ਲਾਈਕ ਦਿਸ। ਉਹ ਇਸ ਕਰਕੇ ਕਿਹਾ ਗਿਆ ਵੀ ਬਠਿੰਡਾ ਰੈਲੀ ਦੇ ਵਿੱਚ ਲੋਕਾਂ ਦੀ ਚਰਚਾ ਪਾਈ ਜਾ ਰਹੀ ਸੀ ਵੀ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਪ੍ਰਤੀ ਸੌਫਟ ਕਾਰਨਰ ਅਕਾਲੀਆਂ ਪ੍ਰਤੀ। ਇਹਨਾਂ ਨੇ ਉੱਥੇ ਜਾ ਕੇ ਤੇ ਬੜਾ ਕੁਛ ਕਿਹਾ ਉੱਥੇ ਵੀ ਇਹਨਾਂ ਨੂੰ ਬਖਸ਼ਾਂਗੇ ਨਹੀਂ ਜੀ, ਕਾਨੂੰਨ ਕਾਰਵਾਈ ਕਰੇਗਾ ਜੀ। ਇਹਨਾਂ ਦੀ ਪਤਨੀ ਜਿਹੜੀ ਆ ਬੀਬੀ ਪਰਨੀਤ ਕੌਰ ਜੀ, ਉਹਨੇ ਅਕਾਲੀਆਂ ਤੋਂ ਕੁਛ ਨਹੀਂ ਕਿਹਾ, ਲੇਕਿਨ ਮੋਦੀ ਨੂੰ ਇੰਨੀ ਗੱਲ ਕਹੀ ਹੈ ਵੀ ਜਿਹੜਾ ਮੋਦੀ ਕਹਿੰਦਾ ਮੇਰੀ 56 ਇੰਚ ਦੀ ਛਾਤੀ ਏਡੀ ਚੌੜੀ, ਉਹਨੂੰ ਛਾਤੀ ਦੀ ਥੱਲੇ ਕੱਖ ਨਹੀਂ ਦਾ, ਦੁਨੀਆ 'ਚ ਕੀ ਹੋ ਰਿਹਾ, ਦੇਸ਼ 'ਚ ਕੀ ਹੋ ਰਿਹਾ। ਜਿਹੜੇ ਇਹਨਾਂ ਦਾ ਬੇਟਾ ਵਾ ਰਣਿੰਦਰ ਸਿੰਘ, ਉਹਨੇ ਆਪਣੀ ਸਪੀਚ ਉਦੋਂ ਵੀ ਗਾਂ ਕਹਿ ਦਿੱਤੀ ਗੱਲ, ਕਹਿੰਦਾ ਕਪਾਹ ਨੂੰ ਸੁੰਡੀ ਪੈ ਜਾਏ ਤੇ ਉਹਨੂੰ ਸਪਰੇਅ ਕਰੀਦਾ ਵਾ ਤੇ ਉਹ ਸੁੰਡੀ ਮਰ ਜਾਂਦੀ ਹੈ। ਤੇ ਕਾਲੀਆਂ ਨੂੰ ਖਤਮ ਕਰਨ ਵਾਸਤੇ ਇਹਨਾਂ ਤੇ ਅਸੀਂ ਕਾਨੂੰਨੀ ਸਪਰੇਅ ਕਰਾਂਗੇ। ਉਹ ਕਬਰੇ ਕਰ ਰਹੇ ਆ, ਉਹ ਸਪਰੇਅ ਹੁੰਦਾ ਕਿ ਨਹੀਂ ਹੁੰਦਾ, ਕਿ ਗੱਲਾਂ 'ਚ ਰਹਿੰਦਾ ਵਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਲੂੰਗੜਾ ਕਹਿਣ ਦੀ ਬਜਾਏ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ, ਪੰਜਾਬ ਤੇ ਬੇਰੁਜ਼ਗਾਰੀ ਦੀ ਗੱਲ ਕਰਨੀ ਚਾਹੀਦੀ ਆ, ਪੰਜਾਬ ਤੋਂ ਹਿਜਰਤ ਹੋਈ ਨੌਜਵਾਨ ਉਹਦੀ ਗੱਲ ਕਰਨੀ ਚਾਹੀਦੀ ਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਚਾਹੀਦੀ ਆ, ਕਿਸਾਨਾਂ ਦੀ ਖੁਦਕੁਸ਼ੀ ਦੀ ਗੱਲ ਕਰਨੀ ਚਾਹੀਦੀ ਹੈ, ਮਜ਼ਦੂਰਾਂ ਦੀ ਖੁਦਕੁਸ਼ੀ ਦੀ ਗੱਲ ਕਰਨੀ ਚਾਹੀਦੀ ਹੈ। ਇਸ ਵੇਲੇ ਸੰਗਰੂਰ ਜ਼ਿਲ੍ਹਾ ਜਿਹੜਾ ਵਾ ਸਭ ਤੋਂ ਵੱਧ ਖੁਦਕੁਸ਼ੀਆਂ ਉੱਥੇ ਹੋਈਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ। ਤੁਸੀਂ ਉੱਥੇ ਸਪੀਚ ਕਰ ਰਹੇ ਹੋ ਉਹਦੀ ਗੱਲ ਹੀ ਨਹੀਂ ਕਰਦੇ ਤੁਸੀਂ। ਇਹਦਾ ਮਤਲਬ ਅਸਲੀ ਮੁੱਦਿਆਂ ਤੁਸੀਂ ਭੱਜ ਰਹੇ ਹੋ, ਸਿਰਫ ਡੰਗ ਟਪਾ ਰਹੇ ਹੋ ਜੀ। ਤੇ ਸੁਖਬੀਰ ਸਿੰਘ ਬਾਦਲ ਨੂੰ ਬਲੂੰਗੜਾ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ। ਉਦੋਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕੈਪਟਨ ਦੀ ਭੀੜੀ ਪਜਾਮੀ ਚੂਹੇ ਛੱਡ ਦਾਂਗੇ, ਅਸੀਂ ਫੜ ਕੇ ਚੂਹੇ ਛੱਡ ਦਾਂਗੇ। ਇਹ ਕਹਿੰਦਾ ਸੀ ਬਲੂੰਗੜਾ ਕਹਿੰਦਾ ਸੀ। ਇਹ ਚੀਜ਼ਾਂ ਗੱਲ ਕਰਨ ਦੀ ਲੋੜ ਨਹੀਂ ਹੈਗੀ। ਗੱਲ ਲੋੜ ਆ ਉਹਨਾਂ ਮੁੱਦਿਆਂ ਦੀ ਜਿਹੜੇ ਮੁੱਦੇ ਇਸ ਵੇਲੇ ਸਾਡੇ ਤੇ ਭਾਰੂ ਨੇ, ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਆ। ਕਿਸਾਨਾਂ ਦੀ ਖੁਦਕੁਸ਼ੀਆਂ ਦੀ ਕਰਨ ਦੀ ਲੋੜ ਆ। ਇਹਨਾਂ ਦੇ ਉੱਤੇ ਕਿਉਂ ਨਹੀਂ ਗੱਲ ਹੁੰਦੀ? ਅਸੀਂ ਜਿਹੜੇ ਗੱਲ ਕਰ ਰਹੇ ਹੋ ਕਿਸਾਨ ਖੁਦਕੁਸ਼ੀਆਂ ਨੇ, ਨੌਜਵਾਨ ਲਗਾਤਾਰ ਇੱਥੋਂ +2 ਕਰਦੇ ਆ, ਬਾਅਦ 'ਚ ਆਈਲੈਟਸ ਕਰਦੇ ਆ, ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ, ਅਤੇ ਪੰਜਾਬੀ ਬੋਲੀ ਦੇ ਉੱਤੇ ਕੋਈ ਧਿਆਨ ਨਹੀਂ, ਬੇਰੁਜ਼ਗਾਰੀ ਇੰਨੀ ਜ਼ਿਆਦਾ ਆ ਉਸ ਵੱਲ ਕੋਈ ਧਿਆਨ ਨਹੀਂ। ਇਹਨਾਂ ਚੀਜ਼ਾਂ ਦੇ ਉੱਤੇ ਕਿਉਂ ਨਹੀਂ ਚਰਚਾ ਹੁੰਦੀ? ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਬਸ। ਮੈਂ ਨਾ ਜੀ ਐਤਕੀ ਚੋਣ ਹੀ ਇਲਜ਼ਾਮਬਾਜ਼ੀ ਰਹਿ ਗਈ ਹੈ, ਮੁੱਦੇ ਗਾਇਬ ਨੇ ਜੀ। ਭਾਵੇਂ ਕਿ ਇਹਨਾਂ ਨੇ ਆਪਣੇ ਵੱਖੋ ਵੱਖਰੇ ਚੋਣ ਮੈਨੀਫੈਸਟੋ ਬਣਾਏ ਨੇ ਜੀ, ਉਹ ਚੋਣ ਮੈਨੀਫੈਸਟੋ 'ਤੇ ਕੋਈ ਵੀ ਕੋਈ ਗੱਲ ਨਹੀਂ ਕਰ। ਜੇ ਨਹੀਂ ਕਰ ਰਿਹਾ ਤਾਂ ਮਤਲਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜੀ। ਜੇ ਉੱਤੇ ਗੱਲ ਕਰਨਗੇ ਲੋਕਾਂ ਨੂੰ ਕੋਈ ਦੱਸਣਾ ਪਊਗਾ ਹੱਲ ਕੀ ਕਰਨਾ। ਦੱਸ ਜਦੋਂ ਹੱਲ ਹੀ ਨਹੀਂ ਕਰਨਾ ਉਹਨਾਂ ਦਾ, ਇਹ ਦੂਸ਼ਣਬਾਜ਼ੀ ਕਰਕੇ ਇੱਕ ਉੱਤੇ ਕਰੀ ਜਾਂਦਾ, ਉੱਤੇ ਕਰੀ ਜਾਂਦਾ, ਇਹ ਚੋਣ ਜਿੱਤਣ ਦੀ ਗੱਲ ਕਰਦੇ ਆ। ਮੈਂ ਸੋਚਦਾ ਵੀ ਹੁਣ ਜਿਹੜੀ ਰਾਜਨੀਤੀ ਉਹ ਸੇਵਾ ਨਹੀਂ ਰਹਿ ਗਈ ਜੀ, ਸਿਰਫ ਮੇਵਾ ਹੀ ਰਹਿ ਗਈ ਹੈ। ਹਰ ਕਿਸੇ ਨੂੰ ਪਤਾ ਵੀ ਕਹਿੰਦੇ ਸੇਵਾ ਵਾ ਤੇ ਖਾਂਦੇ ਮੇਵਾ ਵਾ। ਅੱਜ ਦੀ ਡੇਟ ਦੇ ਵਿੱਚ ਜਦੋਂ MP ਬਣ ਕੇ ਚੱਲ ਜਾਂਦਾ ਉਹਦੀ ਲੱਖਾਂ ਰੁਪਏ ਤਨਖਾਹ ਲੱਗ ਜਾਂਦੀ ਹੈ ਜੀ, ਭੱਤੇ ਮਿਲ ਜਾਂਦੇ ਆ। ਤੁਹਾਡਾ ਟੈਲੀਫੋਨ ਆ 15,000 ਰੁਪਏ ਤੁਹਾਨੂੰ ਟੈਲੀਫੋਨ ਦਾ ਮਿਲਣਾ। ਅੱਜ ਤੁਸੀਂ ਲੜ ਕੇ ਮੋਬਾਈਲ ਫੋਨ 300 ਰੁਪਏ ਦਾ ਨੈਟ ਪੈਕ ਜਿੱਥੇ ਮਰਜ਼ੀ ਪਾ ਲਓ, ਤੁਹਾਨੂੰ 15,000 ਦੇਣ ਦੀ ਕੀ ਲੋੜ ਹੈਗੀ ਹੈ? ਸਭ ਤੋਂ ਪਹਿਲਾਂ ਤੇ ਇਹਨਾਂ ਦੇ ਇਹ ਭੱਤੇ ਬੰਦ ਹੋਣੇ ਚਾਹੀਦੇ ਆ। ਤੇ ਜੇ ਸੇਵਾ ਕਰਨੀ ਹੈ ਤੇ ਇਹ ਸੇਵਾ ਦੀ ਮੇਵਾ ਖਾਂਦੇ ਆ, ਗਰਾਂਟਾਂ ਵੀ ਖਾਂਦੇ ਆ। ਇੱਕ ਤੁਹਾਨੂੰ ਹੋਰ ਦੱਸ ਦਿਆਂ, ਅੱਜ ਦੀ ਡੇਟ ਦੇ ਵਿੱਚ MP ਲੈਂਡ ਫੰਡ ਹੈਗੇ ਜੀ। MP ਲੈਂਡ ਦਾ ਫੰਡ ਆਉਂਦਾ ਵਾ 5 ਕਰੋੜ ਰੁਪਈਆ ਇੱਕ MP ਨੂੰ ਸਾਲ ਦਾ।
ਉਹਦੇ ਵਿੱਚ ਭਗਵੰਤ ਮਾਨ ਨੇ ਆਪਣੇ ਹਲਕੇ ਦੇ ਵਿੱਚ 26.5 ਕਰੋੜ ਖਰਚ ਕੀਤਾ ਜੀ। ਭਗਵੰਤ ਮਾਨ ਕੀ ਕਹਿੰਦਾ ਬਾਕੀ ਕਿੱਥੋਂ ਆਏ? ਹੂੰ ਡੇਢ ਆਂਦਾ 1.5 ਕਰੋੜ ਸਾਡਾ ਉਦੋਂ ਹੈ ਵੀ ਜਦੋਂ ਪੈਸੇ ਬੈਂਕ ਜਮ੍ਹਾਂ ਨੇ ਤੇ ਵਿੱਚ ਕੋਈ ਇਲੈਕਸ਼ਨ ਆ ਗਈ ਤੇ ਜਿਹੜੀ ਰੋਕ ਲੱਗ ਗਈ ਕੰਮ ਦੇ ਉੱਤੇ, ਜਿਹੜਾ ਉਹਦਾ ਵਿਆਜ ਸੀ ਜਮ੍ਹਾਂ ਕਹਿੰਦਾ ਸੀ ਉਹ ਵੀ ਖਰਚਿਆ ਵਾ, ਪੁਲ ਬਣਾਏ ਵਾ, ਸੜਕਾਂ ਬਣਾਈਆਂ ਵਾ, ਜਿੱਥੇ ਆਰੋ ਲਾਏ ਨੇ। ਲੇਕਿਨ ਬਹੁਤੇ ਜਿਹੜੇ MP ਆ ਉਹਨਾਂ ਦੀ MP ਲੈਂਡ ਪੂਰਾ ਵਰਤੇ ਨਹੀਂ ਜਾਂਦਾ। ਬੀਬੀ ਹਰਸਿਮਰਤ ਕੌਰ ਬਾਰੇ ਇਹ ਵੀ 7 ਕਰੋੜ ਵਰਤੇ ਨਹੀਂ ਉਹਨੇ, ਜੇ ਵਰਤਿਆ ਨਹੀਂ ਫਿਰ ਇਹਦਾ ਮਤਲਬ ਤੁਸੀਂ ਆਪਣੇ ਹਲਕੇ ਦਾ ਨੁਕਸਾਨ ਕੀਤਾ। ਚਲੋ ਪੈਸਾ ਤੇ ਫਿਰ ਵਾਪਸ ਚਲਾ ਜਾਂਦਾ, ਪਰ ਵਿਆਜ ਫਿਰ ਇਹ ਮੰਤਰੀ ਰੱਖ ਲੈਂਦੇ ਹੋਣੇ। ਪੋਸੀਬਿਲਿਟੀ ਹੈ। ਦੂਸਰੀ ਚੀਜ਼, ਅਗਲੀ ਚੀਜ਼ ਜੀ, ਅਜੇ ਤੱਕ MLA ਲੈਂਡ ਫੰਡ ਨਹੀਂ ਕੋਈ ਹੈਗਾ। MP ਲੈਂਡ ਫੰਡ ਹੈਗਾ ਵਾ ਜੀ, MLA ਨੇ ਫੰਡ ਨਹੀਂ ਹੋਇਆ। MLA ਸਿਰਫ ਸਰਕਾਰ ਦੇ ਉੱਤੋਂ ਜਿਹੜੀ ਸੀ ਉਹ ਆਪਣੀ ਮਨਜ਼ੂਰ ਕਰਾਉਣੇ ਦੇ ਪ੍ਰੋਜੈਕਟ, ਉਹ ਪ੍ਰੋਜੈਕਟ ਮਨਜ਼ੂਰ ਕਰਕੇ ਫਿਰ ਜਾ ਕੇ ਦਿੰਦੇ ਹੈਗੇ, ਜਾਂ ਚੱਕ ਲੈ ਲਓ, ਜੇ ਲੈ ਲਓ, ਜੋ ਲੈ ਲਓ ਜੀ। ਚੰਗੀ ਗੱਲ ਮੈਂ ਤਾਂ ਕਹਿੰਦਾ, ਕਿਉਂਕਿ ਜਦੋਂ ਇਹਨਾਂ ਕੋਲ ਆ ਗਿਆ ਨਾ ਖਾਈ ਜਾਣੇ, ਇਹਨਾਂ ਕਰਨਾ ਕੀ। ਬਟ ਸਰ ਭਾਰਤ ਛੱਡੋ ਅੰਦੋਲਨ ਚੱਲਿਆ ਸੀਗਾ, ਇੱਕ ਅੰਗਰੇਜ਼ਾਂ ਨੂੰ ਜਦੋਂ ਬਾਹਰ ਕੱਢਣ ਦੀ ਗੱਲ ਚੱਲੀ ਸੀ, ਹੁਣ ਫਿਰ ਅਜਿਹੀ ਚਰਚਾ ਛਿੜੀ ਹੋਈ ਆ, ਉਹ ਕਿਹਨੂੰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ? ਵੇਖੋ ਜੀ, ਬੰਗਾਲ ਦੀ ਜਿਹੜੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਹੈ ਜੀ, ਮਮਤਾ ਬੈਨਰਜੀ ਇਹ ਗੱਲ ਕਹਿੰਦੀ ਆ ਵੀ ਮੈਂ ਕੋਈ ਤਨਖਾਹ ਨਹੀਂ ਲੈਂਦੀ, ਮੇਰੀ 3.5 ਲੱਖ ਰੁਪਇਆ ਪੈਨਸ਼ਨ ਬਣਦੀ ਆ ਹਰ ਮਹੀਨੇ ਜੀ, ਸੈਂਟਰ ਦੇ ਵਿੱਚ ਮੈਂ ਮਿਨਿਸਟਰ ਰਹੀ ਹਾਂ, ਮੈਂ MP ਰਹੀ, ਲੇਕਿਨ ਮੈਂ ਉਹ ਵੀ ਨਹੀਂ ਲੈ ਰਹੀ। ਮੈਂ ਇਕੱਲੀ ਹੈਗੀ ਹਾਂ, 2 ਫੁਲਕੇ ਖਾਣੇ ਹੁੰਦੇ ਆ, ਕੋਈ ਭੱਤੇ ਨਹੀਂ ਲੈਣੇ, ਕੁਛ ਨਹੀਂ ਲੈਣਾ, ਕੋਈ ਤਨਖਾਹ ਨਹੀਂ ਲੈਣੀ, ਕੋਈ ਪੈਨਸ਼ਨ ਨਹੀਂ ਲੈਣੀ। ਕਹਿੰਦੀ ਜੀ ਮੈਂ 87 ਕਿਤਾਬਾਂ ਲਿਖੀਆਂ ਵਾ ਜੀ, ਉਹਦੀ ਜਿਹੜੀ ਰਾਇਲਟੀ ਆਉਂਦੀ ਆ ਮੈਂ ਉੱਤੇ ਗੁਜ਼ਾਰਾ ਕਰਦੀ ਹਾਂ ਜੀ। ਔਰ ਉਹ ਵਿਚਾਰੀ ਕਿਤੇ ਜਾ ਰਹੀ ਸੀ ਆਪਣੀ ਕੰਪੇਨ ਦੇ ਉੱਤੇ ਜੀ। ਅੱਜ ਜੋ ਚੱਲਦਾ ਵੀ ਜਦੋਂ ਕਿਤੇ ਰਾਹੁਲ ਦੀ ਰੈਲੀ ਹੋਵੇ ਉਹਦੇ ਵਿੱਚ 10 ਬੰਦੇ ਚੱਲ ਜਾਂਦੇ ਆ, 50 ਬੰਦੇ ਚੱਲ ਜਾਂਦੇ, ਮੋਦੀ ਮਾਰਕਾ, ਉੱਥੇ ਮੋਦੀ 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 ਕਰੀ ਜਾਂਦੇ ਆ, ਤੇ ਜਿਹੜੇ ਤੇ ਕੁਝ ਗਰਮ ਦਲੀਏ ਹੁੰਦੇ ਆ ਉਹ ਤਾਂ ਫੜ ਕੇ ਕੁੱਟ ਕਰਦੇ ਆ, ਤੇ ਆਮ ਤੌਰ ਤੇ ਲੀਡਰ ਦਾ ਹੁੰਦਾ ਵੀ ਆਪਣੀ ਰੈਲੀ ਕਿਹਨੂੰ ਖਰਾਬ ਕਰਨੀ, ਇਹ ਰੌਲਾ ਪਾਉਂਦੇ ਪਾਈ ਜਾਣਦੇ। ਇਸੇ ਤਰ੍ਹਾਂ ਮਮਤਾ ਬੈਨਰਜੀ ਕਿਤੇ ਸਮਾਗਮ ਤੇ ਜਾ ਰਹੀ ਸੀਗੀ, ਉਹਦਾ ਕਾਫਲਾ ਜਾ ਰਿਹਾ ਸੀ ਤੇ ਕੋਈ 100-150 ਇਹਨਾਂ ਦਾ ਮੋਦੀ ਮਾਰਕਾ ਜਿਹੜਾ ਸੀਗਾ, ਸੜਕ ਦੇ ਖਾਲੇ ਖੁੱਲੇ ਮੋਦੀ ਮੋਦੀ ਮੋਦੀ, ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਨਾਰੇ ਮਾਰ ਸ਼ੁਰੂ ਕਰ ਦਿੱਤੇ। ਉਹ ਬੀਬੀ ਨੇ ਕੀ ਕੀਤਾ ਵੀ ਉਹ ਗੱਡੀ 'ਚ ਉਤਰੀ, ਸਿੱਧੀ ਉਸ ਵਿਅਕਤੀ ਵੱਲ ਜਿਹੜਾ ਨਾਰੇ ਮਾਰਦਾ ਸੀ। ਜਦੋਂ ਉਹਨੇ ਵੇਖਿਆ ਵੀ ਇਹਦੇ ਬੀਬੀ ਸਿੱਧੀ ਮੇਰੇ ਵੱਲ ਉਤਰੀ ਆ, ਉਹ ਤੋਂ ਛੂਟ ਵੱਟ ਗਿਆ। ਉਹਨੂੰ ਛੂਟ ਵੱਟਿਆ ਵੇਖ ਕੇ ਬਾਕੀ ਜਿਹੜੇ ਮੋਦੀ ਨਾਰੇ ਮਾਰਦੇ ਫੌਜੋਂ ਭੱਜਣੇ ਸੀ ਮੁੜ ਕੇ। ਉਹ ਬੀਬੀ ਨੇ ਫਿਰ ਕਿਹਾ ਵੀ ਇਸ ਵੇਲੇ ਲੋੜ ਇੱਕ ਵਾਰੀ ਫਿਰ ਸਾਨੂੰ ਪੈ ਰਹੀ ਹੈ ਭਾਰਤ ਛੱਡੋ ਅੰਦੋਲਨ ਦੀ, ਉਹ ਸ਼ੁਰੂ ਕਰਨ ਦੀ। ਮੋਦੀ ਹੋਰਾਂ ਕੋਲੋਂ ਸਾਡੇ ਕੋਲ ਸੈਂਟਰ ਦੀ ਗੱਦੀ ਛਡਾ ਕੇ ਲੋਕ ਮਸਲੇ ਹੱਲ ਕਰਨ ਦੀ ਲੋੜ ਆ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਉਹਨੂੰ ਬਚਾਉਣ ਦੀ ਲੋੜ ਆ, ਸਾਡੇ ਆਰਮੀ ਵਾਲੇ ਜਿਹੜੇ ਸਰਹੱਦਾਂ ਤੇ ਉਹਨਾਂ ਦੀ ਰਾਖੀ ਕਰਨ ਦੀ ਲੋੜ ਆ। ਤੇਜ ਬਹਾਦਰ ਦੀ ਉਹਨੇ ਗੱਲ ਕੀਤੀ ਵੀ ਜੇ ਉਹਨੇ ਵਿਚਾਰੇ ਇਲੈਕਸ਼ਨ ਲੈਣੀ ਸੀ ਤੇ ਕਾਗਜ਼ ਰੱਦ ਕਰਾਤੇ ਤੁਸੀਂ, ਭਾਵੇਂ ਕਿ ਅੱਜ ਤਰੀਕ ਹੈਗੀ ਉਹਦੀ, ਵੇਖੋ ਕੀ ਬਣਦਾ। ਲੇਕਿਨ ਮੇਰੇ ਖਿਆਲ ਵੀ ਸ਼ਾਇਦ ਕਹਿ ਦਿੱਤਾ ਚੀਫ ਜਸਟਿਸ ਨੇ ਵੀ ਜੋ ਕੀਤਾ ਕਮਿਸ਼ਨ ਨੇ ਠੀਕ ਕੀਤਾ, ਉਹਨੂੰ ਇਜਾਜ਼ਤ ਨਾ ਮਿਲੇ, ਲੇਕਿਨ ਵੱਖਰੀ ਗੱਲ। ਲੇਕਿਨ ਮਮਤਾ ਜੀ ਦਾ ਬਿਲਕੁਲ ਸਹੀ ਗੱਲ ਵੀ ਆਹ ਜਿਹੜੇ 2.5 ਟੋਟਲੂ ਹੈਗੇ ਨਾ ਮੋਦੀ ਮੋਦੀ, ਹਰ ਜਗ੍ਹਾ ਜਾ ਕੇ ਮੋਦੀ ਮੋਦੀ ਕਹਿੰਦੇ, ਇਹਨਾਂ ਕੋਲੋਂ ਭਾਰਤ ਛੱਡੋ ਅੰਦੋਲਨ ਵਾਂਗ ਅੰਦੋਲਨ ਸ਼ੁਰੂ ਕਰਨਾ ਪੈਣਾ ਸਾਨੂੰ ਜੀ। ਉਦੋਂ ਕੀ ਹੱਲ ਨਹੀਂ ਗਾ। ਇਹਨਾਂ ਦੀ ਸ਼ਾਇਦ ਅੱਜ ਕੇ ਕੱਲ੍ਹ ਮੀਟਿੰਗ ਵੀ ਹੈਗੀ ਆ ਤੀਸਰੇ ਫਰੰਟ ਦੀ, ਉਹ ਮੀਟਿੰਗ 'ਚ ਕੀ ਫੈਸਲਾ ਹੁੰਦਾ ਵਾ ਇਹ ਤੇ ਬਾਅਦ 'ਚ ਪਤਾ ਲੱਗੇਗਾ। ਲੇਕਿਨ ਬੀਬੀ ਮਮਤਾ ਨੇ ਚੰਗਾ ਕੀਤਾ, ਨਾਲ ਕਹਿਤਾ ਵੀ 19 ਤਰੀਕ ਤੋਂ ਇੱਥੇ ਨਾਰਾ ਲੱਗ ਫੋ ਕਿਹੜਾ ਲਾਉਂਦਾ ਤੁਸੀਂ, ਅੱਜ ਤੱਕ ਚੋਣ ਕਮਿਸ਼ਨ ਕੰਟਰੋਲ ਹੈਗਾ ਨਾ। 19 ਮਈ ਤੋਂ ਬਾਅਦ ਕਹਿੰਦੀ ਇੱਥੇ ਕੋਈ ਇਹੋ ਜਿਹਾ ਜੈ ਸ਼੍ਰੀ ਰਾਮ ਦਾ ਬਜੰਦਾਰੇ ਨਾਰੇ ਲੱਗੇ, ਤੁਸੀਂ ਪਖੰਡ ਬਣਾਇਆ, ਮੈਂ ਮਾਹੌਲ ਨਹੀਂ ਖਰਾਬ ਕਰਨ ਵਿਗਾੜਦਾ ਤੁਹਾਨੂੰ। ਤੇ ਉਹਦਾ ਇਹ ਭਾਰਤ ਛੱਡੋ ਅੰਦੋਲਨ ਸਿਰਫ ਇਹ ਆ ਵੀ ਮੋਦੀ ਕੋਲ ਗੱਦੀ ਛਡਵਾਉਣੀ ਆ, ਉਹਦੇ ਵਾਸਤੇ ਅੰਦੋਲਨ ਦੀ ਲੋੜ ਹੈ ਜੀ। ਸੋ ਬਿਲਕੁਲ ਪੱਟੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਹੀ ਅੱਛੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ, ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ। ਸੋ ਸਮਾਂ ਜਿਹੜਾ ਆ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ। ਸੋ ਤੁਸੀਂ ਲਗਾਤਾਰ ਸਿੱਖ ਚੈਨਲ ਦੇ ਉੱਤੇ ਨਵੇਂ ਪ੍ਰੋਗਰਾਮ ਦੇਖਦੇ ਰਹਿੰਦੇ ਹੋ। ਸੋ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਾਸਤੇ ਬੜੀ ਮਿਹਨਤ ਲੱਗਦੀ ਆ, ਸੋ ਉਸ ਦੇ ਨਾਲ ਖਰਚਾ ਜਿਹੜਾ ਉਹ ਵੀ ਲੱਗਦਾ। ਸੋ ਤੁਸੀਂ ਸਿੱਖ ਚੈਨਲ ਦੀ ਸਪੋਰਟ ਜਿਹੜੀ ਆ ਉਹ ਕਰਦੇ ਰਹੋ ਅਤੇ ਆਪਣਾ ਜਿਹੜਾ ਦਸਵੰਧ ਆ ਉਹ ਜ਼ਰੂਰ ਸਿੱਖ ਚੈਨਲ ਦੇ ਉੱਤੇ ਦਿਓ, ਤਾਂ ਜੋ ਸਿੱਖ ਚੈਨਲ ਜਿਹੜਾ ਹੈ ਤੁਹਾਡੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਨਵੇਂ ਪ੍ਰੋਗਰਾਮ ਜਿਹੜੇ ਆ ਉਹ ਲੈ ਕੇ ਹਾਜ਼ਰ ਹੁੰਦਾ ਰਹੇ, ਨਵੀਂ ਅਪਡੇਟਸ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਰਹਿਣ। ਸੋ ਆਸ ਕਰਦੇ ਹਾਂ ਕਿ ਤੁਸੀਂ ਇਸ ਗੱਲ ਦੇ ਉੱਤੇ ਗੌਰ ਜਿਹੜਾ ਆ ਉਹ ਜ਼ਰੂਰ ਕਰੋਗੇ। ਸੋ ਇਸ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ, ਅਤੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਪੱਟੀ ਸਾਹਿਬ ਸਾਂਝੇ ਰੂਪ 'ਚ ਬਣਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।